इस वीडियो राਹੀਂ ਅਸੀਂ ਪਾਰਟ ਨੰਬਰ 12 ਜੋ ਕਿ ਪਹਿਲਾਂ 15ਵਾਂ ਸੀ ਹੁਣ 12 ਨੰਬਰ ਰਹਿ ਗਿਆ। ਇਸ ਤੋਂ ਪਹਿਲਾਂ 3 ਪਾਰਟ ਕੱਟੇ ਜਾ ਚੁੱਕੇ ਹਨ ਤੁਹਾਡੇ ਸਿਲੇਬਸ ਦੇ ਵਿੱਚੋਂ। ਪਾਰਟ ਨੰਬਰ 12 ਸਮਾਰਕ ਨਿਰਮਾਣ ਕਲਾ, ਇਸ ਦੇ ਅਸੀਂ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਮਾਧਿਅਮਾਂ ਵਿੱਚ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ, ਉੱਤਰੀ ਭਾਰਤ ਦੇ ਪ੍ਰਮੁੱਖ ਮੰਦਰ ਕਿਹੜੇ ਹਨ? Which are the main temples of northern India? Which are the main temples of northern India? ਜਗਨਨਾਥਪੁਰੀ ਦਾ ਵਿਸ਼ਨੂੰ ਮੰਦਰ, ਭੁਵਨੇਸ਼ਵਰ ਦਾ ਲਿੰਗਰਾਜ ਮੰਦਰ ਅਤੇ ਕੋਨਾਰਕ ਦਾ ਸੂਰਜ ਮੰਦਰ। ਇਹ ਤਿੰਨੇ ਹੀ ਵਰਤਮਾਨ ਉੜੀਸਾ ਰਾਜ ਦੇ ਵਿੱਚ ਹਨ। ਭੁਵਨੇਸ਼ਵਰ ਵਰਤਮਾਨ ਸਮੇਂ ਉੜੀਸਾ ਦੀ ਰਾਜਧਾਨੀ ਵੀ ਹੈ, ਕੈਪੀਟਲ ਵੀ ਹੈ। ਤਾਂ ਇਹ ਤਿੰਨੇ ਮੰਦਰ ਉੱਤਰੀ ਭਾਰਤ ਵਿੱਚ ਪਾਏ ਜਾਂਦੇ ਹਨ ਜੋ ਕਿ ਵਰਤਮਾਨ ਸਾਡੇ ਉੜੀਸਾ ਰਾਜ ਦੇ ਵਿੱਚ ਹਨ। ਜਗਨਨਾਥਪੁਰੀ ਦਾ ਵਿਸ਼ਨੂੰ ਮੰਦਰ, ਦਾ ਵਿਸ਼ਨੂੰ ਟੈਂਪਲ ਐਟ ਜਗਨਨਾਥਪੁਰੀ। ਭੁਵਨੇਸ਼ਵਰ ਦਾ ਲਿੰਗਰਾਜ ਮੰਦਰ, ਲਿੰਗਰਾਜ ਟੈਂਪਲ ਐਟ ਭੁਵਨੇਸ਼ਵਰ। ਕੋਨਾਰਕ ਦਾ ਸੂਰਜ ਮੰਦਰ, ਦਾ ਸਨ ਟੈਂਪਲ ਐਟ ਦਾ ਕੋਨਾਰਕ। ਮਾਊਂਟ ਆਬੂ ਦਾ ਤੇਜ਼ਪਾਲ ਮੰਦਰ, ਤੇਜ਼ਪਾਲ ਟੈਂਪਲ ਐਟ ਮਾਊਂਟ ਆਬੂ। ਮਾਊਂਟ ਆਬੂ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ। ਇਸ ਤਰ੍ਹਾਂ ਇਹ ਉੱਤਰੀ ਭਾਰਤ ਦੇ ਪ੍ਰਮੁੱਖ ਮੰਦਰ ਹਨ। ਉੱਤਰੀ ਭਾਰਤ ਦੇ ਇਹ ਪ੍ਰਮੁੱਖ ਮੰਦਰ ਹਨ। ਉਸ ਤੋਂ ਅਗਲਾ ਕੁਐਸਚਨ, ਭਾਰਤੀ ਮੁਸਲਿਮ ਭਵਨ ਨਿਰਮਾਣ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ। ਡਿਸਕ੍ਰਾਈਬ ਦਾ ਮੇਨ ਫੀਚਰਸ ਆਫ ਦਾ ਇੰਡੀਅਨ ਮੁਸਲਿਮ ਆਰਟ। ਨੰਬਰ 1, ਇਹ ਸ਼ੈਲੀ ਤੁਰਕ, ਅਫਗਾਨ ਅਤੇ ਭਾਰਤੀ ਸ਼ੈਲੀਆਂ ਦਾ ਮਿਸ਼ਰਣ ਹੈ। ਦਿਸ ਸਟਾਈਲ ਇਜ਼ ਏ ਮਿਕਸਚਰ ਆਫ ਤੁਰਕ, ਅਫਗਾਨ ਐਂਡ ਇੰਡੀਅਨ ਸਟਾਈਲ। ਭਾਵ ਭਾਰਤ ਦੇ ਵਿੱਚ ਤੁਰਕ ਆਏ, ਅਫਗਾਨ ਆਏ ਅਤੇ ਭਾਰਤ ਦੀ ਆਪਣੀ ਕਲਾ, ਇਹਨਾਂ ਸਾਰੀਆਂ ਕਲਾਵਾਂ ਦਾ ਮਿਸ਼ਰਣ ਹੈ। ਪਹਿਲੀ ਵਿਸ਼ੇਸ਼ਤਾ ਇਹ ਆ, ਇਹਨਾਂ ਤਿੰਨਾਂ ਤੁਰਕ, ਅਫਗਾਨ, ਭਾਰਤੀ ਸਾਰੀਆਂ ਸ਼ੈਲੀਆਂ ਦਾ ਮਿਸ਼ਰਣ ਬਣ ਕੇ ਇੱਕ ਨਵੀਂ ਕਲਾ ਬਣੀ ਸੀ, ਭਵਨ ਨਿਰਮਾਣ ਕਲਾ ਦੀ। ਇਹਨਾਂ ਭਵਨਾਂ ਦੀਆਂ ਦੀਵਾਰਾਂ 'ਤੇ ਪਵਿੱਤਰ ਕੁਰਾਨ ਲਿਖੀ ਹੋਈ ਹੈ। ਮੱਧਕਾਲ ਦੇ ਦੌਰਾਨ ਭਾਰਤ ਵਿੱਚ ਮੁਸਲਿਮ ਰਾਜ ਸਥਾਪਿਤ ਸੀ, ਤਾਂ ਜਿੰਨੇ ਵੀ ਮੁਸਲਿਮ ਸ਼ਾਸਕ ਹੋਏ ਉਹ ਸਾਰੇ ਹੀ ਇਹਨਾਂ ਭਵਨਾਂ ਦੀਆਂ ਕੰਧਾਂ ਦੇ ਉੱਤੇ ਪਵਿੱਤਰ ਕੁਰਾਨ ਦੇ ਨੂੰ ਲਿਖਵਾ ਦਿੰਦੇ ਸਨ, ਕਿਉਂਕਿ ਉਹ ਹਿੰਦੂ ਧਰਮ ਨੂੰ, ਹਿੰਦੂਆਂ ਨੂੰ ਕਾਫਰ ਸਮਝਦੇ ਸਨ ਅਤੇ ਉਹ ਸਾਰੇ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ। ਤਾਂ ਉਸ ਦੇ ਪ੍ਰਚਾਰ ਕਰਨ ਲਈ ਉਹ ਹਰੇਕ ਭਵਨ ਦੀ ਕੰਧਾਂ ਦੇ ਉੱਤੇ ਵੀ ਕੁਰਾਨ ਦੀਆਂ ਜੋ ਲਾਈਨਾਂ ਸਨ ਉਹ ਲਿਖਵਾ ਦਿੰਦੇ ਸਨ। The Holy Quran is inscribed on the walls of these buildings. ਇਨ੍ਹਾਂ ਇਮਾਰਤਾਂ ਵਿੱਚ ਲਾਲ ਪੱਥਰ ਅਤੇ ਸਫੈਦ ਸੰਗਮਰ ਦੀ ਵਰਤੋਂ ਕੀਤੀ ਗਈ ਹੈ। ਰੈਡਸਟੋਨ ਐਂਡ ਵਾਈਟ ਮਾਰਬਲ ਹੈਵ ਬੀਨ ਯੂਜ਼ਡ ਇਨ ਥੀਸ ਬਿਲਡਿੰਗਸ। ਜ਼ਿਆਦਾਤਰ ਜਿਵੇਂ ਲਾਲ ਕਿਲ੍ਹਾ, ਉੱਥੇ ਲਾਲ ਪੱਥਰ ਦੀ ਵਰਤੋਂ ਕੀਤੀ ਗਈ ਹੈ। ਤਾਜ ਮਹਿਲ, ਉਹਦੇ ਵਿੱਚ ਜ਼ਿਆਦਾ ਵਰਤੋਂ ਚਿੱਟੇ ਸੰਗਮਰਮਰ ਦੀ ਕੀਤੀ ਗਈ ਹੈ। ਤਾਂ ਇਹਨਾਂ ਜੋ ਇਮਾਰਤਾਂ ਸਨ ਇਹਨਾਂ 'ਚ ਲਾਲ ਪੱਥਰ ਅਤੇ ਸਫੈਦ ਸੰਗਮਰਮਰ ਦੀ ਵਰਤੋਂ ਕੀਤੀ ਗਈ ਹੈ। ਇਹ ਇਮਾਰਤਾਂ ਉੱਚੀਆਂ, ਸੁੰਦਰ ਅਤੇ ਮਨਮੋਹਕ ਹਨ, ਜਿਵੇਂ ਕੁਤਬ ਮੀਨਾਰ, ਤਾਜ ਮਹਿਲ, ਲਾਲ ਕਿਲ੍ਹਾ। ਥੀਸ ਬਿਲਡਿੰਗਸ ਆਰ ਟਾਲ, ਬਿਊਟੀਫੁਲ ਐਂਡ ਚਾਰਮਿੰਗ ਲਾਈਕ ਕੁਤਬ ਮੀਨਾਰ, ਦਾ ਤਾਜ ਮਹਿਲ ਐਂਡ ਦਾ ਰੈੱਡ ਫੋਰਟ। ਇਹ ਇਮਾਰਤਾਂ ਜਿਵੇਂ ਕੁਤਬ ਮੀਨਾਰ ਹੈ ਬਹੁਤ ਉੱਚਾ ਹੈ, ਲਾਲ ਕਿਲ੍ਹਾ, ਤਾਜ ਮਹਿਲ, ਇਹ ਸਾਰੀਆਂ ਹੀ ਇਮਾਰਤਾਂ ਦਿਲ ਨੂੰ ਸਕੂਨ ਦੇਣ ਵਾਲੀਆਂ ਹਨ। ਜਿਵੇਂ ਤਾਜ ਮਹਿਲ ਹੈ ਆਗਰਾ ਦੇ ਵਿੱਚ, ਲਾਲ ਕਿਲ੍ਹਾ ਦਿੱਲੀ ਦੇ ਵਿੱਚ ਹੈ। ਇਹ ਸਾਰੀਆਂ ਇਮਾਰਤਾਂ ਉੱਚੀਆਂ, ਸੁੰਦਰ ਅਤੇ ਮਨਮੋਹਕ ਹਨ। ਇਹ ਵਿਸ਼ੇਸ਼ਤਾ ਰਹੀ ਹੈ ਇਹਨਾਂ ਭਵਨ ਨਿਰਮਾਣ ਕਲਾ ਦੀ, ਇਸ ਭਵਨ ਨਿਰਮਾਣ ਕਲਾ ਦੀ। ਇਸ ਤੋਂ ਅਗਲਾ ਕੁਐਸਚਨ, ਦੱਖਣੀ ਭਾਰਤ ਦੇ ਮੰਦਰ ਕਿਹੜੇ ਕਿਹੜੇ ਹਨ?
ਵਿਚ ਆਰ ਦਾ ਟੈਂਪਲਸ ਆਫ ਸਾਊਥਰਨ ਇੰਡੀਆ? ਰਾਜਾ ਰਾਜੇਸ਼ਵਰ ਮੰਦਰ, ਗੰਗਈ ਕੋਂਡ ਚੋਲਪੁਰਮ ਦਾ ਮੰਦਰ, ਐਲੋਰਾ ਦਾ ਕੈਲਾਸ਼ ਮੰਦਰ ਆਦਿ ਪ੍ਰਸਿੱਧ ਮੰਦਰ ਹਨ। ਜਿਸ ਸਮੇਂ ਉੱਤਰੀ ਭਾਰਤ ਦੇ ਵਿੱਚ ਭਵਨ ਨਿਰਮਾਣ ਕਲਾ ਪ੍ਰਫੁੱਲਤ ਹੋ ਰਹੀ ਸੀ, ਉੱਤਰੀ ਭਾਰਤ ਵਿੱਚ ਸ਼ਾਸਕ ਆਪਣਾ ਰਾਜ ਸਥਾਪਿਤ ਕਰਨ ਵਿੱਚ ਲੱਗੇ ਹੋਏ ਸਨ ਅਤੇ ਨਾਲ ਨਾਲ ਭਵਨ ਨਿਰਮਾਣ ਕਲਾ ਵੱਲ ਵੀ ਧਿਆਨ ਦੇ ਰਹੇ ਸਨ। ਉਸੇ ਤਰ੍ਹਾਂ ਦੱਖਣੀ ਭਾਰਤ ਵਿੱਚ ਵੀ ਹਿੰਦੂ ਰਾਜੇ ਰਾਜ ਕਰਦੇ ਸਨ ਅਤੇ ਉਹ ਵੀ ਆਪਣੇ ਹਿਸਾਬ ਨਾਲ ਉਹਨਾਂ ਨੇ ਮੰਦਰ ਬਣਵਾਏ। ਜਿਵੇਂ ਚੌਲ ਰਾਜਾ ਸੀ, ਉਸਨੇ ਬਣਾਇਆ ਸੀਗਾ ਰਾਜ ਰਾਜੇਸ਼ਵਰ ਮੰਦਰ, ਫਿਰ ਗੰਗਈ ਕੋਂਡ ਚੌਲਪੁਰਮ ਦਾ ਮੰਦਰ, ਐਲੋਰਾ ਦਾ ਕੈਲਾਸ਼ ਮੰਦਰ ਹੈ। ਇਹ ਸਾਰੇ ਦੱਖਣੀ ਭਾਰਤ ਦੇ ਪ੍ਰਸਿੱਧ ਮੰਦਰ ਹਨ। ਸਾਰੇ ਇਹ ਦੱਖਣੀ ਭਾਰਤ ਦੇ ਪ੍ਰਸਿੱਧ ਮੰਦਰ ਹਨ। ਕੁਐਸਚਨ ਨੰਬਰ 4, ਮੁਗਲ ਬਾਦਸ਼ਾਹ ਸ਼ਾਹਜਹਾਂ ਨੂੰ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਉਂ ਕਿਹਾ ਜਾਂਦਾ ਹੈ? ਵਾਈ ਮੁਗਲ ਐਂਪਰਰ ਸ਼ਾਹਜਹਾਂ ਇਜ਼ ਕਾਲਡ ਦਾ ਪ੍ਰਿੰਸ ਆਫ ਬਿਲਡਰਸ? ਸ਼ਾਹਜਹਾਂ ਇੱਕ ਮਹਾਨ ਭਵਨ ਨਿਰਮਾਤਾ ਸੀ। ਸ਼ਾਹਜਹਾਂ ਵਾਜ਼ ਏ ਗ੍ਰੇਟ ਬਿਲਡਰ। ਸ਼ਾਹਜਹਾਂ ਇੱਕ ਮਹਾਨ ਭਵਨ ਨਿਰਮਾਤਾ ਸੀ। ਉਸਨੇ ਭਵਨਾਂ ਦੇ ਨਿਰਮਾਣ ਵੱਲ ਬੜਾ ਹੀ ਧਿਆਨ ਦਿੱਤਾ ਸੀ। ਤਾਜ ਮਹਿਲ ਇਸਨੇ ਬਣਵਾਇਆ ਸੀ। ਲਾਲ ਕਿਲ੍ਹਾ ਜੋ ਦਿੱਲੀ ਵਿੱਚ ਹੈ, ਇਹ ਸਾਰੇ ਭਵਨ ਨਿਰਮਾਣ ਕਲਾ ਸ਼ਾਹਜਹਾਂ ਨੇ ਕਰਾਏ ਸਨ। ਉਸ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਸੁੰਦਰ ਅਤੇ ਸੋਹਣੀਆਂ ਹਨ। ਦ ਬਿਲਡਿੰਗਸ ਬਿਲਟ ਬਾਈ ਹਿਮ ਆਰ ਬਿਊਟੀਫੁਲ ਐਂਡ ਗ੍ਰੇਸਫੁਲ। ਉਸ ਦੁਆਰਾ ਜੋ ਇਮਾਰਤਾਂ ਬਣਾਈਆਂ ਗਈਆਂ, ਜਿਵੇਂ ਤਾਜ ਮਹਿਲ ਹੈ, ਤਾਜ ਮਹਿਲ ਬੜਾ ਮਨਮੋਹਕ ਹੈ, ਜੋ ਚਿੱਟੇ ਸੰਗਮਰਮਰ ਦੇ ਵਿੱਚ ਬਣਿਆ ਹੋਇਆ ਹੈ, ਮਾਰਬਲ। ਲਾਲ ਕਿਲ੍ਹਾ ਜੋ ਦਿੱਲੀ ਵਿੱਚ ਹੈ, ਲਾਲ ਪੱਥਰ ਨਾਲ ਬਣਿਆ ਹੋਇਆ, ਜਿੱਥੇ 15 ਅਗਸਤ ਨੂੰ ਸਾਡਾ ਸੁਤੰਤਰਤਾ ਦਿਵਸ ਹੁੰਦਾ, ਜਿੱਥੋਂ ਸਾਡੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਹਨ ਅਤੇ ਸਾਰੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਕਰਦੇ ਹਨ, ਉਹ ਲਾਲ ਕਿਲ੍ਹੇ ਤੋਂ ਹੀ ਕਰਦੇ ਹਨ। ਤਾਂ ਲਾਲ ਕਿਲ੍ਹਾ ਕਿਹਨੇ ਬਣਵਾਇਆ ਸੀ? ਸ਼ਾਹਜਹਾਂ ਨੇ ਬਣਵਾਇਆ ਸੀ। ਇਹ ਵੀ ਉਸ ਦੁਆਰਾ ਬਣਵਾਈਆਂ ਗਈਆਂ ਇਮਾਰਤਾਂ ਸੁੰਦਰ ਅਤੇ ਸੋਹਣੀਆਂ ਹਨ। ਆਗਰੇ ਦਾ ਤਾਜ ਮਹਿਲ ਸੰਸਾਰ ਦੇ 7 ਅਜੂਬਿਆਂ ਵਿੱਚੋਂ ਇੱਕ ਹੈ। ਆਗਰੇ ਦਾ ਤਾਜ ਮਹਿਲ, ਦਾ ਤਾਜ ਮਹਿਲ ਇਨ ਆਗਰਾ ਇਜ਼ ਵਨ ਆਫ 7 ਵੰਡਰਸ ਆਫ ਦਾ ਵਰਲਡ। ਜੋ ਸੰਸਾਰ ਦੇ 7 ਅਜੂਬੇ ਮੰਨੇ ਗਏ ਨੇ, ਸੰਸਾਰ ਦੀਆਂ ਪ੍ਰਸਿੱਧ ਇਮਾਰਤਾਂ ਮੰਨੀਆਂ ਗਈਆਂ ਨੇ, ਤਾਂ ਤਾਜ ਮਹਿਲ ਉਹਨਾਂ ਵਿੱਚੋਂ ਇੱਕ ਹੈ। ਦਿੱਲੀ ਵਿੱਚ ਜਮਨਾ ਨਦੀ ਦੇ ਕੰਢੇ ਬਣਾਏ ਲਾਲ ਕਿਲ੍ਹੇ ਵਿੱਚ ਉਸ ਦਾ ਸਿੰਘਾਸਨ ਹੀਰੇ ਮੋਤੀਆਂ ਨਾਲ ਜੜਿਆ ਹੋਇਆ ਸੀ। ਜਿੱਥੇ ਦਿੱਲੀ ਵਿੱਚ ਲਾਲ ਕਿਲ੍ਹੇ ਦੇ ਵਿੱਚ ਜਿੱਥੇ ਉਹ ਬੈਠ ਕੇ ਆਪਣਾ ਦਰਬਾਰ ਲਗਾਇਆ ਕਰਦਾ ਸੀ ਸ਼ਾਹਜਹਾਂ, ਤਾਂ ਉਸ ਦਾ ਜੋ ਬੈਠਣ ਦੀ ਕੁਰਸੀ ਸੀ, ਉਸਦੀ ਸੀਟ ਸੀ, ਉਹ ਹੀਰੇ ਮੋਤੀਆਂ ਦੇ ਨਾਲ ਜੜੀ ਹੋਈ ਸੀ। ਅਤੇ ਜੋ ਉਹ ਤਾਜ ਪਹਿਨਦਾ ਸੀ, ਮੁਕਟ, ਉਸ ਦੇ ਵਿੱਚ ਕੋਹੀਨੂਰ ਹੀਰਾ ਫਿੱਟ ਕੀਤਾ ਹੋਇਆ ਸੀ। ਹਿਜ਼ ਥਰੋਨ ਵਾਜ਼ ਇਨਲੈਡ ਵਿਦ ਡਾਇਮੰਡਸ ਐਂਡ ਪਰਲਸ ਇਨ ਦਾ ਰੈੱਡ ਫੋਰਟ ਔਨ ਦਾ ਬੈਂਕ ਆਫ ਦਾ ਰਿਵਰ ਜਮਨਾ ਇਨ ਦਿੱਲੀ। ਜੋ ਦਿੱਲੀ ਹੈ, ਦਿੱਲੀ ਜਮਨਾ ਨਦੀ ਦੇ ਕੰਢੇ ਹੈ, ਇਹ ਵੀ ਯਾਦ ਰੱਖਣਾ। ਲਾਲ ਕਿਲ੍ਹਾ ਦਿੱਲੀ ਵਿੱਚ ਹੈ। ਕਿਸ ਨੇ ਬਣਵਾਇਆ ਸੀ? ਸ਼ਾਹਜਹਾਂ ਨੇ। ਇਹਨਾਂ ਸਾਰੀਆਂ ਉਸ ਦੀਆਂ ਖੂਬੀਆਂ ਕਰਕੇ, ਉਸ ਦੀਆਂ ਵਿਸ਼ੇਸ਼ਤਾਵਾਂ ਕਰਕੇ ਉਸ ਨੂੰ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਹਾ ਜਾਂਦਾ ਹੈ। ਭਾਵ ਉਸਨੇ ਸਾਰੀ ਉਮਰ ਆਪਣੀ ਭਵਨ ਨਿਰਮਾਣ ਕਰਨ ਦੇ ਵਿੱਚ ਹੀ ਲਗਾ ਦਿੱਤੀ ਸਨ। ਜਿਵੇਂ ਲਾਲ ਕਿਲ੍ਹਾ, ਤਾਜ ਮਹਿਲ, ਹੋਰ ਵੀ ਉਸਨੇ ਕਈ ਇਮਾਰਤਾਂ ਬਣਵਾਈਆਂ ਸਨ। ਖਾਲੀ ਸਥਾਨ ਭਰੋ, ਫਿਲ ਇਨ ਦਾ ਬਲੈਂਕਸ। ਡੈਸ਼ ਦੁਆਰਾ ਕੁਤਬ ਮੀਨਾਰ ਦੀ ਉਸਾਰੀ ਕਰਵਾਈ ਗਈ। ਕੁਤਬਦੀਨ ਐਬਕ, ਇਲਤੁਤਮਿਸ਼। ਇਹ ਦੋ ਵੱਖਰੇ ਵੱਖਰੇ ਨਾਮ ਨੇ, ਕੁਤਬਦੀਨ ਐਬਕ ਅਤੇ ਇਲਤੁਤਮਿਸ਼। ਦਿੱਲੀ ਸਲਤਨਤ, ਗੁਲਾਮ ਵੰਸ਼ ਦੀ ਨੀਂਹ ਰੱਖੀ ਸੀ ਕੁਤਬਦੀਨ ਐਬਕ ਨੇ, ਅਤੇ ਉਸ ਦੀ ਮੌਤ ਹੋ ਗਈ ਸੀ 1210 ਈਸਵੀ ਦੇ ਵਿੱਚ, ਅਚਾਨਕ ਘੋੜੇ ਤੋਂ ਡਿੱਗ ਕੇ। ਕੁਤਬਦੀਨ ਐਬਕ ਤੋਂ ਬਾਅਦ ਉਸ ਦਾ ਪੁੱਤਰ ਆਰਾਮ ਸ਼ਾਹ ਦਿੱਲੀ ਦਾ ਸੁਲਤਾਨ ਬਣਿਆ ਸੀ, ਪਰ ਉਹ ਅਯੋਗ ਸੀ,
ਭਾਵ ਉਸ ਵਿੱਚ ਸ਼ਾਸਕਾਂ ਵਾਲੇ ਗੁਣ ਨਹੀਂ ਸਨ। ਤਾਂ 1211 ਵਿੱਚ ਇਲਤੁਤਮਿਸ ਦਿੱਲੀ ਦਾ ਅਗਲਾ ਸੁਲਤਾਨ ਬਣਿਆ ਸੀ। ਜੋ ਸੁਲਤਾਨ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਾਸਕ। ਤਾਂ ਫਿਰ ਕੁਤਬੁਦੀਨ ਐਬਕ ਨੇ ਕੁਤਬ ਮੀਨਾਰ ਨੂੰ ਬਣਵਾਉਣ ਦਾ ਕੰਮ ਆਰੰਭ ਕੀਤਾ ਸੀ, ਪਰ ਉਸ ਦੀ ਮੌਤ ਹੋ ਗਈ ਸੀ ਅਤੇ ਕੁਤਬ ਮੀਨਾਰ ਦਾ ਜੋ ਪੂਰਾ ਕੰਮ ਸੰਪੂਰਨ ਕੀਤਾ ਸੀ ਉਹ ਕੀਤਾ ਸੀਗਾ ਇਲਤੁਤਮਿਸ ਨੇ। ਤਾਂ ਕਰਕੇ ਦੋ ਨਾਮ ਨੇ ਵੱਖਰੇ ਵੱਖਰੇ, ਕੁਤਬੁਦੀਨ ਐਬਕ ਅਤੇ ਇਲਤੁਤਮਿਸ ਦੁਆਰਾ ਕੁਤਬ ਮੀਨਾਰ ਦੀ ਉਸਾਰੀ ਕਰਵਾਈ ਗਈ। ਮੁਗਲ ਬਾਦਸ਼ਾਹ ਅਕਬਰ ਨੇ ਨੂੰ ਆਪਣੀ ਰਾਜਧਾਨੀ ਬਣਾਇਆ ਫਤਿਹਪੁਰ ਸਿਕਰੀ ਨੂੰ। ਫਤਿਹਪੁਰ ਸਿਕਰੀ ਆਗਰਾ ਦੇ ਨੇੜੇ ਹੈ। ਇਸ ਨੂੰ ਮੁਗਲ ਬਾਦਸ਼ਾਹ ਅਕਬਰ ਨੇ ਆਪਣੀ ਰਾਜਧਾਨੀ ਬਣਾਇਆ ਸੀ। ਫਤਿਹਪੁਰ ਸਿਕਰੀ ਨੀਅਰ ਆਗਰਾ ਵਾਜ਼ ਬਿਲਟ ਬਾਈ ਅਕਬਰ ਐਜ਼ ਹਿਜ਼ ਨਿਊ ਕੈਪੀਟਲ। ਤਾਂ ਅਕਬਰ ਨੇ ਫਤਿਹਪੁਰ ਸਿਕਰੀ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਜਿਵੇਂ ਕੁਤਬੁਦੀਨ ਐਬਕ ਦੀ ਰਾਜਧਾਨੀ ਸੀ ਲਾਹੌਰ, ਜਿਹੜੇ ਉਸ ਤੋਂ ਬਾਅਦ ਦਿੱਲੀ ਸਲਤਨਤ ਦੇ ਸ਼ਾਸਕ ਬਣੇ। ਕੁਤਬੁਦੀਨ ਐਬਕ ਤੋਂ ਬਾਅਦ ਵਾਲੇ ਗੁਲਾਮ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੱਯਦ ਵੰਸ਼ ਅਤੇ ਫਿਰ ਸਾਡਾ ਲੋਧੀ ਵੰਸ਼, ਆਖਰੀ ਵੰਸ਼ ਗੁਲਾਮ ਦਿੱਲੀ ਸਲਤਨਤ ਦਾ। ਤਾਂ ਇਹਨਾਂ ਵਿੱਚੋਂ ਕੁਤਬੁਦੀਨ ਐਬਕ ਦੀ ਰਾਜਧਾਨੀ ਸੀ ਲਾਹੌਰ ਅਤੇ ਬਾਕੀ ਸਾਰੇ ਜਿੰਨੇ ਸ਼ਾਸਕ ਹੋਏ ਉਹਨਾਂ ਦੀ ਰਾਜਧਾਨੀ ਸੀ ਦਿੱਲੀ। ਇਕੱਲਾ ਮੁਹੰਮਦ ਬਿਨ ਤੁਗਲਕ ਨੂੰ ਛੱਡ ਕੇ। ਮੁਹੰਮਦ ਬਿਨ ਤੁਗਲਕ ਨੇ ਦਿੱਲੀ ਦੀ ਜਗ੍ਹਾ ਦੇਵਗਿਰੀ, ਜਿਸ ਨੂੰ ਦੌਲਤਾਬਾਦ ਕਿਹਾ ਜਾਂਦਾ, ਆਪਣੀ ਰਾਜਧਾਨੀ ਬਣਾਇਆ ਸੀ। ਪਰ ਜਦੋਂ ਉੱਤਰੀ ਭਾਰਤ ਦੀ ਸ਼ਾਸਨ ਵਿਵਸਥਾ ਵਿਗੜ ਗਈ ਸੀ ਤਾਂ ਉਸਨੇ ਦੌਲਤਾਬਾਦ ਤੋਂ ਦੁਬਾਰਾ ਰਾਜਧਾਨੀ ਦਿੱਲੀ ਵਿਖੇ ਬਣਾਈ ਸੀ। ਤੁਹਾਨੂੰ ਜੇਕਰ ਇਹ ਕੁਐਸਚਨ ਆ ਜੇ ਵੀ ਉਹ ਕਿਹੜਾ ਸ਼ਾਸਕ ਸੀ ਜਿਸਨੇ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕੀਤੀ ਸੀ, ਉਹ ਸੀਗਾ ਮੁਹੰਮਦ ਬਿਨ ਤੁਗਲਕ, ਜਿਸ ਨੂੰ ਪੜ੍ਹਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ। ਕੁਤਬੁਦੀਨ ਐਬਕ ਦੀ ਰਾਜਧਾਨੀ ਸੀ ਲਾਹੌਰ ਅਤੇ ਬਾਕੀ ਸਾਰੇ ਜਿੰਨੇ ਵੀ ਦਿੱਲੀ ਸਲਤਨਤ ਦੇ ਸ਼ਾਸਕ ਹੋਏ ਉਹਨਾਂ ਦੀ ਰਾਜਧਾਨੀ ਸੀ ਦਿੱਲੀ। ਇਕੱਲਾ ਮੁਹੰਮਦ ਬਿਨ ਤੁਗਲਕ ਨੇ ਦਿੱਲੀ ਤੋਂ ਦੌਲਤਾਬਾਦ ਇੱਕ ਵਾਰ ਸ਼ਿਫਟ ਕਰਤੀ ਸੀ, ਪਰ ਬਾਅਦ ਦੇ ਵਿੱਚ ਫਿਰ ਦਿੱਲੀ ਉਸਨੇ ਰਾਜਧਾਨੀ ਬਣਾ ਲਈ ਸੀ। ਤਾਂ ਮੁਗਲ ਬਾਦਸ਼ਾਹ ਅਕਬਰ ਨੇ ਫਤਿਹਪੁਰ ਸਿਕਰੀ ਨੂੰ ਆਪਣੀ ਰਾਜਧਾਨੀ ਬਣਾਇਆ। ਮੁਗਲ ਬਾਦਸ਼ਾਹ ਅਕਬਰ ਨੇ 1526 ਵਿੱਚ ਲੜਾਈ ਹੋਈ ਪਾਣੀਪਤ ਦੀ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ, ਜਿਸ ਦੇ ਵਿੱਚ ਇਬਰਾਹਿਮ ਲੋਧੀ ਮਾਰਿਆ ਗਿਆ ਅਤੇ ਦਿੱਲੀ ਸਲਤਨਤ ਦਾ ਖਾਤਮਾ ਹੋ ਗਿਆ ਸੀ। ਅਤੇ ਬਾਬਰ ਨੇ 1526 ਈਸਵੀ ਦੇ ਵਿੱਚ ਮੁਗਲ ਸਮਰਾਜ ਦੀ ਨੀਂਹ ਰੱਖੀ ਸੀ ਅਤੇ 1530 ਵਿੱਚ ਉਸ ਦੀ ਮੌਤ ਹੋ ਗਈ ਸੀ। ਅਤੇ 1530 ਤੋਂ ਬਾਅਦ ਉਸ ਦਾ ਪੁੱਤਰ ਹਿਮਾਯੂ ਸ਼ਾਸਕ ਬਣਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ 1555। ਫਿਰ ਉਸ ਤੋਂ ਬਾਅਦ ਅਕਬਰ ਬਾਬਰ ਦਾ ਪੋਤਾ ਸੀ। ਤਾਂ ਅਕਬਰ ਨੇ ਫਤਿਹਪੁਰ ਸਿਕਰੀ ਨੂੰ ਆਪਣੀ ਰਾਜਧਾਨੀ ਬਣਾਇਆ। ਇਸ ਤੋਂ ਅੱਗੇ ਬੁਲੰਦ ਦਰਵਾਜ਼ਾ ਫਤਿਹਪੁਰ ਸਿਕਰੀ ਵਿੱਚ ਸਥਿਤ ਹੈ। ਬੁਲੰਦ ਦਰਵਾਜ਼ਾ ਫਤਿਹਪੁਰ ਸਿਕਰੀ ਵਿਖੇ ਸਥਿਤ ਹੈ। ਤਾਜ ਮਹਿਲ ਸ਼ਾਹਜਹਾਂ ਦੁਆਰਾ ਆਪਣੀ ਬੇਗਮ ਮੁਮਤਾਜ਼ ਦੀ ਯਾਦ ਵਿੱਚ ਉਸਾਰਿਆ ਗਿਆ। ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ਼, ਜਿਸ ਨੂੰ ਮੁਮਤਾਜ਼ ਮਹਿਲ ਵੀ ਕਿਹਾ ਜਾਂਦਾ, ਆਪਣੀ ਬੇਗਮ ਮੁਮਤਾਜ਼ ਦੀ ਯਾਦ ਵਿੱਚ ਉਸਾਰਿਆ ਸੀ। ਦਾ ਤਾਜ ਮਹਿਲ ਵਾਜ਼ ਬਿਲਟ ਬਾਈ ਸ਼ਾਹਜਹਾਂ ਇਨ ਦੀ ਮੈਮਰੀ ਆਫ ਹਿਜ਼ ਬੀਲਵਡ ਕੁਈਨ ਮੁਮਤਾਜ਼ ਮਹਿਲ ਵੀ ਕਿਹਾ ਜਾਂਦਾ। ਸਿਕੰਦਰਾ ਵਿਖੇ ਵਿੱਚ ਅਕਬਰ ਦਾ ਮਕਬਰਾ ਜਹਾਂਗੀਰ ਨੇ ਬਣਾਇਆ ਸੀ। ਅਕਬਰ ਤੋਂ ਬਾਅਦ ਅਕਬਰ ਦਾ ਪੁੱਤਰ ਸੀ ਜਹਾਂਗੀਰ, ਅਤੇ ਅਕਬਰ ਦਾ ਜੋ ਮਕਬਰਾ ਸੀ ਜਿੱਥੇ ਉਸ ਨੂੰ ਦਫਨਾਇਆ ਗਿਆ ਸੀ ਉਹ ਸਿਕੰਦਰਾ ਵਿਖੇ ਹੈ ਅਤੇ ਬਣਵਾਇਆ ਸੀ ਜਹਾਂਗੀਰ ਨੇ। ਸਿਕੰਦਰਾ ਵਿੱਚ ਅਕਬਰ ਦਾ ਮਕਬਰਾ ਜਹਾਂਗੀਰ ਨੇ ਬਣਵਾਇਆ ਸੀ। ਜਹਾਂਗੀਰ
ਅਕਬਰ ਦਾ ਪੁੱਤਰ ਸੀ। ਜਹਾਂਗੀਰ ਬਿਲਟ ਟੌਂਬ ਆਫ ਅਕਬਰ ਐਟ ਸਿਕੰਦਰਾਬਾਦ। ਸਹੀ ਜਾਂ ਗਲਤ? ਭਾਰਤ ਵਿੱਚ ਤੁਰਕਾਂ ਅਤੇ ਅਫਗਾਨਾਂ ਦੁਆਰਾ ਭਵਨ ਨਿਰਮਾਣ ਕਲਾ ਦੀਆਂ ਨਵੀਆਂ ਵਿਧੀਆਂ ਅਤੇ ਨਮੂਨੇ ਤਿਆਰ ਕੀਤੇ ਗਏ। ਬਿਲਕੁਲ ਸਹੀ ਹੈ। ਤੁਰਕ ਐਂਡ ਅਫਗਾਨਸ ਇੰਟਰੋਡਿਊਸ ਨਿਊ ਸਟਾਈਲਸ ਐਂਡ ਟੈਕਨੀਕਸ ਆਫ ਆਰਕੀਟੈਕਚਰ ਇਨ ਇੰਡੀਆ। ਟਰੂ। ਚੰਦੇਲ ਸ਼ਾਸਕਾਂ ਦੁਆਰਾ ਖੁਜਰਾਹੋ ਵਿਖੇ ਮੰਦਰ ਉਸਾਰੇ ਗਏ ਸਨ। ਚੰਦੇਲ ਇੱਕ ਰਾਜਪੂਤ ਸ਼ਾਸਕ ਸਨ। ਉਹਨਾਂ ਨੇ ਖੁਜਰਾਹੋ ਵਿਖੇ ਮੰਦਰ ਉਸਾਰੇ ਸਨ। ਸਹੀ ਹੈ। ਦ ਟੈਂਪਲਜ਼ ਐਟ ਖੁਜਰਾਹੋ ਵਰ ਬਿਲਟ ਬਾਈ ਰੂਲਰਸ ਆਫ ਚੰਦੇਲ ਡੈਂਸਿਟੀ। ਟਰੂ। ਇਹ ਬਿਲਕੁਲ ਸਹੀ ਹੈ। ਅਲਾਉਦੀਨ ਖਿਲਜੀ ਨੇ ਸਿਰੀ ਨੂੰ ਨਵੀਂ ਰਾਜਧਾਨੀ ਬਣਾਇਆ ਸੀ। ਅਲਾਉਦੀਨ ਖਿਲਜੀ ਨੇ ਸਿਰੀ ਨੂੰ ਨਵੀਂ ਰਾਜਧਾਨੀ ਬਣਾਇਆ ਸੀ। ਗਲਤ ਹੈ। ਅਲਾਉਦੀਨ ਖਿਲਜੀ ਬਿਲਟ ਏ ਨਿਊ ਕੈਪੀਟਲ ਐਟ ਸਿਰੀ। ਗਲਤ ਹੈ। ਮੁਹੰਮਦ ਬਿਨ ਤੁਗਲਕ ਨੇ ਤੁਗਲਕਾਬਾਦ ਨਗਰ ਵਸਾਇਆ ਸੀ। ਮੁਹੰਮਦ ਤੁਗਲਕ ਬਿਲਟ ਤੁਗਲਕਾਬਾਦ। ਗਲਤ ਹੈ। ਇਹ ਬਣਾਇਆ ਸੀਗਾ ਫਿਰੋਜ਼ ਤੁਗਲਕ ਨੇ। ਜੋ ਮੁਹੰਮਦ ਬਿਨ ਤੁਗਲਕ ਤੋਂ ਬਾਅਦ ਉਸ ਤੋਂ ਅਗਲਾ ਸ਼ਾਸਕ ਬਣਿਆ ਸੀ 1351 ਦੇ ਵਿੱਚ। 1351 ਦੇ ਵਿੱਚ ਬਣਿਆ ਸੀ ਜੋ 1388 ਤੱਕ ਰਿਹਾ ਸੀ। ਅਤੇ ਮੁਹੰਮਦ ਬਿਨ ਤੁਗਲਕ ਤੋਂ ਬਾਅਦ ਫਿਰੋਜ਼ ਤੁਗਲਕ ਨੇ ਇਹ ਨਗਰ ਵਸਾਇਆ ਸੀ, ਨਾ ਕਿ ਮੁਹੰਮਦ ਬਿਨ ਤੁਗਲਕ ਨੇ। ਚੌਲ ਸ਼ਾਸਕਾਂ ਦੁਆਰਾ ਬਣਾਏ ਗਏ ਮੰਦਰਾਂ ਵਿੱਚ ਭਵਨ ਨਿਰਮਾਣ ਕਲਾ ਦੇ ਦਰਾਵੜ ਸ਼ੈਲੀ ਨਮੂਨੇ ਦੀ ਵਰਤੋਂ ਕੀਤੀ ਗਈ ਸੀ। ਇਹ ਬਿਲਕੁਲ ਸਹੀ ਹੈ। ਜੋ ਸਾਡੀ ਪੁਰਾਣੀ ਸ਼ੈਲੀ ਹੈ ਉਸ ਨੂੰ ਅਸੀਂ ਦਰਾਵੜ ਸ਼ੈਲੀ ਕਹਿੰਦੇ ਹਾਂ। ਉਸ ਨੂੰ ਅਸੀਂ ਦਰਾਵੜ ਸ਼ੈਲੀ ਕਹਿੰਦੇ ਹਾਂ। ਇਸ ਤਰ੍ਹਾਂ ਅਸੀਂ ਇਸ ਪਾਠ ਦੇ ਕੁਸ਼ਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਗਏ ਹਨ। ਮੇਰੀ ਕੋਸ਼ਿਸ਼ ਹੈ ਕਿ ਵਿਦਿਆਰਥੀ ਜੋ ਅੰਗਰੇਜ਼ੀ ਮਾਧਿਅਮ 'ਚ ਪੜ੍ਹ ਰਹੇ ਨੇ ਉਹ ਨਾਲ ਪੰਜਾਬੀ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਸਕਦੇ ਨੇ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਅੱਗੇ ਭੇਜੋ ਤਾਂ ਜੋ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ, ਕਿਉਂਕਿ ਇੱਕ ਇੱਕ ਵੀਡੀਓ ਨੂੰ ਬਣਾਉਣ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਇਕੱਲਾ ਕੁਸ਼ਚਨ ਨੂੰ ਟਾਈਪ ਕਰਨਾ, ਫਿਰ ਕੁਸ਼ਚਨ ਦਾ ਆਕਾਰ ਦੇਖਣਾ ਵੀ ਜ਼ਿਆਦਾ ਵੱਡਾ ਨਾ ਹੋ ਜੇ, ਸਮਝ ਸੋਚ ਕੇ ਸਾਰਾ ਕੁਸ਼ਚਨ ਤਿਆਰ ਕਰਨੇ ਪੈਂਦੇ ਨੇ। ਤਾਂ ਕਿਰਪਾ ਕਰਕੇ ਇਹ ਮਿਹਨਤ ਕੀਤੀ ਬੇਕਾਰ ਨਾ ਜਾਵੇ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਅੱਗੇ ਭੇਜੋ ਅਤੇ ਉਹਨਾਂ ਦਾ ਭਲਾ ਹੋ ਸਕੇ। ਧੰਨਵਾਦ।